everyone, welcome back to my YouTube channel. So today we are going to study about our next topic which is male reproductive system. ठीक है जी, ਇਹਦੇ ਵਿੱਚ ਪਹਿਲਾਂ ਤਾਂ ਆਪਾਂ ਨੇ ਪ੍ਰਾਇਮਰੀ ਸੈਕਸ ਆਰਗਨ ਸਟੱਡੀ ਕਰਨੇ, ਦੈਨ ਅਸੈਸਰੀ ਸੈਕਸ ਆਰਗਨਸ। ਠੀਕ ਹੈ ਜੀ, ਤਾਂ ਪ੍ਰਾਇਮਰੀ ਸੈਕਸ ਆਰਗਨਸ ਦੇ ਵਿੱਚ ਪਹਿਲਾਂ ਆਪਣੇ ਕੋਲ ਆਉਂਦਾ ਟੈਸਟਿਸ। ਹੋਪ ਕਿ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਕੋਈ ਡਾਊਟ ਨਹੀਂ ਹੋਏਗਾ। ਜੇ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ, ਜਾਂ ਟੈਲੀਗ੍ਰਾਮ 'ਤੇ ਮੈਨੂੰ ਟੈਕਸਟ ਕਰ ਸਕਦੇ ਹੋ ਪਰਸਨਲੀ ਗਰੁੱਪ 'ਚ, ਜਿੱਦਾਂ ਤੁਹਾਨੂੰ ਠੀਕ ਲੱਗੇ। ਦੈਨ ਪ੍ਰਾਇਮਰੀ ਸੈਕਸ ਆਰਗਨ ਜਿਹੜਾ ਹੁੰਦਾ ਮੇਲ ਦਾ, ਉਹ ਹੁੰਦਾ ਟੈਸਟਿਸ। ਠੀਕ ਹੈ ਜੀ, ਟੈਸਟਿਸ ਆਰ ਦਾ ਪ੍ਰਾਇਮਰੀ ਸੈਕਸ ਆਰਗਨ ਇਨ ਮੈਨ ਦੇ ਵਿੱਚ ਟੈਸਟਿਸ ਹੁੰਦਾ ਅਤੇ ਫੀਮੇਲ ਦੇ ਵਿੱਚ ਓਵਰਿਸ ਹੁੰਦਾ। ਟੈਸਟਿਸ ਇਜ਼ ਦੀ ਸਾਈਟ ਵੇਅਰ ਮੇਲ ਗੈਮੇਟਸ ਔਰ ਸਪਰਮਸ ਆਰ ਮੇਡ। ਇਹ ਤਾਂ ਤੁਹਾਨੂੰ ਸਾਰਿਆਂ ਨੂੰ ਮੈਂ ਕੱਲ੍ਹ ਦੀ ਵੀਡੀਓ 'ਚ ਦੱਸ ਦਿੱਤਾ ਸੀ ਕਿ ਟੈਸਟਿਸ ਦੇ ਵਿੱਚ ਮੇਲ ਗੈਮੇਟਸ, ਜਾਂ ਜਿਨ੍ਹਾਂ ਨੂੰ ਆਪਾਂ ਸਪਰਮ ਕਹਿੰਦੇ ਆ, ਜਿਹੜੇ ਕਿ ਆਪਣੀ ਰੀਪਰੋਡਕਸ਼ਨ ਦੇ ਵਿੱਚ ਹੈਲਪ ਕਰਦੇ ਨੇ, ਉਹ ਹੁੰਦੇ ਨੇ ਟੈਸਟਿਸ ਦੇ ਵਿੱਚ। ਐਂਡ ਉਸ ਤੋਂ ਬਾਅਦ ਆਪਣੇ ਕੋਲ ਟੈਸਟਿਸ ਦੀ ਡਾਇਗਰਾਮ ਹੈ। ਡਾਇਗਰਾਮ ਨੂੰ ਆਪਾਂ ਉਹੀ ਵੇ ਨਾਲ ਸਟੱਡੀ ਕਰਾਂਗੇ ਕਿ ਪਹਿਲਾਂ ਆਪਾਂ ਉਹਦੀ ਡੈਫੀਨੇਸ਼ਨ ਪੜ੍ਹਾਂਗੇ, ਦੈਨ ਦੇਖਾਂਗੇ ਕਿ ਡਾਇਗਰਾਮ ਦੇ ਵਿੱਚ ਉਹ ਚੀਜ਼ ਕਿੱਥੇ ਆ ਰਹੀ ਹੈ, ਉਹ ਚੀਜ਼ ਦਾ ਕੀ ਕੰਮ ਹੈ, ਉਹ ਕੀ ਚੀਜ਼ ਕਾਹਦੇ ਨਾਲ ਅਟੈਚ ਕੀਤੀ ਹੋਈ ਹੈ। ਡਾਇਗਰਾਮ ਦੇ ਵਿੱਚ ਜਿਹੜੇ ਵੀ ਪਾਰਟ ਦੀ ਆਪਾਂ ਡੈਫੀਨੇਸ਼ਨ ਦੇਣੀ ਹੋਵੇ, ਲਾਈਕ ਮੰਨ ਲਓ ਜੇ ਤੁਹਾਨੂੰ ਡੈਫੀਨੇਸ਼ਨ ਉੱਥੇ ਨਾ ਆਵੇ ਕਿ ਇਹਦੀ ਕੀ ਡੈਫੀਨੇਸ਼ਨ ਸੀ, ਅਤੇ ਤੁਹਾਨੂੰ ਡਾਇਗਰਾਮ ਦੇ ਵਿੱਚ ਪਤਾ ਹੋਵੇ ਕਿ ਇਹ ਪਾਰਟ ਕਿੱਥੇ ਆ, ਤਾਂ ਤੁਸੀਂ ਲਿਖ ਸਕਦੇ ਹੋ ਕਿ ਹੈ ਨਾ ਅੱਪਰ ਪਾਰਟ ਆਫ ਦਿਸ। ਜਿਵੇਂ ਕਿ ਇੱਥੇ ਆਪਾਂ ਦੇਖ ਲਈਏ, ਜਿਵੇਂ ਕਿ ਆਪਾਂ ਕਹਿ ਦਈਏ ਆਹ ਦੇਖੋ ਟਿਊਨਿਕਾ ਐਲਬੂਜੀਨੀਅਮ ਆ, ਉਹ ਇਨਰ ਲੇਅਰ ਆ। ਠੀਕ ਹੈ, ਉਸ ਤੋਂ ਬਾਅਦ ਜੇ ਆਪਾਂ ਲਿਖਣੀ ਹੋਵੇ ਟਿਊਨਿਕਾ ਵਜਾਈਨਲ ਦੀ ਡੈਫੀਨੇਸ਼ਨ, ਤਾਂ ਆਪਾਂ ਕਹਿ ਦਾਂਗੇ ਕਿ ਮਤਲਬ ਜਿਹੜੀ ਲੇਅਰ ਆ ਅਬਵ ਦੀ ਟਿਊਨਿਕਾ ਐਲਬੂਜੀਨੀਆ, ਉਹ ਹੁੰਦੀ ਹੈ ਟਿਊਨਿਕਾ ਵਜਾਈਨਲ। ਠੀਕ ਹੈ ਜੀ, ਇੱਦਾਂ ਆਪਾਂ ਲਿਖ ਸਕਦੇ ਹਾਂ। ਉਸ ਤੋਂ ਬਾਅਦ the testes are situated outside the abdominal cavity within a pouch called scrotum। ਜਿਹੜੇ ਟੈਸਟਿਸ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਆਊਟਸਾਈਡ ਕੈਵਿਟੀ ਹੁੰਦੀ ਹੈ, ਉਹਨਾਂ ਨੂੰ ਸਕੋਰਟਮ ਕਿਹਾ ਜਾਂਦਾ ਹੈ। ਠੀਕ ਹੈ ਜੀ, ਉਹ ਤੁਸੀਂ ਤੁਹਾਡੀ ਬੁੱਕ ਦੇ ਵਿੱਚ ਵੀ ਡਾਇਗਰਾਮ ਬਣੀ ਹੋਏਗੀ। ਇਨ ਐਨ ਅਡਲਟ ਈਚ ਟੈਸਟਿਸ ਇਜ਼ ਓਵਲ in shape with length of 4 to 5 centimeter and 2 to 3 centimeter width। ਇਹ ਕੀ ਕਹਿ ਰਿਹਾ ਕਿ ਜਿਹੜੇ ਅਡਲਟ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਟੈਸਟਿਸ ਹੁੰਦਾ ਪਹਿਲਾਂ ਤਾਂ ਓਵਲ ਸ਼ੇਪ 'ਚ ਹੁੰਦਾ, ਦੈਨ ਜਿਹੜੀ ਉਹਦੀ ਲੈਂਥ ਹੁੰਦੀ ਹੈ ਟੈਸਟਿਸ ਦੀ, ਉਹ 4 ਤੋਂ 5 ਸੈਂਟੀਮੀਟਰ ਹੁੰਦੀ ਹੈ। ਜਿਹੜੀ ਉਹਦੀ ਵਿਡਥ ਹੁੰਦੀ ਆ ਉਹ 2 ਤੋਂ 3 ਸੈਂਟੀਮੀਟਰ ਹੁੰਦੀ ਆ। ਉਸ ਤੋਂ ਨੈਕਸਟ the outermost covering of the testis is formed by a dense fibrous membrane called tunica albuginea। ਆ ਦੇਖੋ ਹੁਣ ਆਪਣੇ ਕੋਲੇ ਟੈਸਟਿਸ ਹੈ। ਠੀਕ ਹੈ ਜੀ, ਟੈਸਟਿਸ ਦੀ ਜਿਹੜੀ ਬਾਹਰਲੀ ਕਵਰਿੰਗ ਹੈ, ਜਿਹਨੇ ਟੈਸਟਿਸ ਨੂੰ ਕਵਰ ਕੀਤਾ ਹੋਇਆ ਹੈ, ਉਹ ਲੇਅਰ ਨੂੰ ਆਪਾਂ ਟਿਊਨਿਕਾ ਐਲਬੂਜੀਨੀਆ ਕਹਿੰਦੇ ਹਾਂ। ਉਸ ਤੋਂ ਨੈਕਸਟ ਹੈ ਕਿ ਈਚ ਟੈਸਟਿਸ ਹੈਜ਼ ਅਬਾਊਟ 200 to 300 ਕੰਪਾਰਟਮੈਂਟ ਕਾਲਡ ਟੈਸਟੀਕੂਲਰ ਲੋਬ। ਇਹਦੀ ਡਾਇਗਰਾਮ ਆ ਦੇਖੋ, ਆ ਜਿਹੜੇ ਕੰਪਾਰਟਮੈਂਟ ਨੇ ਇਹਨਾਂ ਨੂੰ ਟੈਸਟੀਕੂਲਰ ਲੋਬ ਕਿਹਾ ਜਾਂਦਾ ਹੈ। ਓਕੇ ਜੀ, ਦੈਨ ਉਸ ਤੋਂ ਬਾਅਦ these compartments contain highly colloid tubules called seminiferous tubules। ਆ ਦੇਖੋ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਜਿਹੜੀ ਚੀਜ਼ ਹੁੰਦੀ ਆ ਉਹਨਾਂ ਨੂੰ ਸੈਮੀਨੀਫੀਰੀਅਸ ਟਿਊਬਲਸ ਕਹਿੰਦੇ ਆ। ਉਸ ਤੋਂ ਬਾਅਦ ਇੱਥੋਂ ਹੀ ਆਪਣੇ ਕੋਲ ਜਿਹੜੇ ਸੈੱਲ ਹੁੰਦੇ ਨੇ ਉਹ ਫੋਰਮ ਹੁੰਦੇ ਨੇ। ਇਹ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ, ਤੁਸੀਂ ਇਸ ਨੂੰ ਧਿਆਨ ਨਾਲ ਪੜ੍ਹੀਓ ਤਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਏਗਾ। ਦੈਨ ਉਸ ਤੋਂ ਨੈਕਸਟ ਹੈ ਈਚ ਲੋਬਿਊਲ ਕੰਟੇਨ 1 to 4 ਸੈਮੀਨੀਫੀਰਸ ਟਿਊਬਲਸ ਇਨ ਵਿਚ ਸਪਰਮਸ ਆਰ ਪ੍ਰੋਡਿਊਸ। ਹੁਣ ਇਹ ਕੀ ਕਹਿ ਰਹੇ ਆ ਕਿ ਮੰਨ ਲਓ ਆਪਣੇ ਕੋਲ ਇੱਕ ਹੈ ਨਾ ਟੈਸਟੀਕੂਲਰ ਲੋਬ ਆ, ਇਹਦੇ ਵਿੱਚ 3 ਤੋਂ 4 ਤਾਂ ਆਪਣੇ ਕੋਲ ਸੈਮੀਨੀਫੀਰਸ ਟਿਊਬਲਸ ਹੋਣਗੇ, ਉਹਨਾਂ ਦੇ ਵਿੱਚ ਅੱਗੇ ਸਪਰਮਸ ਬਣਨਗੇ। ਠੀਕ ਹੈ ਜੀ, ਦੈਨ
ਬਲੱਡ ਵੈਸਲਸ ਐਂਡ ਨਰਵਸ ਐम्बेडेड ਇਨ ਲੂਸ ਕਨੈਕਟਿਵ ਟਿਸ਼ੂ। ਜਿਹੜੇ ਬਲੱਡ ਵੈਸਲ ਹੁੰਦੇ ਨੇ ਅਤੇ ਨਰਵਸ ਹੁੰਦੇ ਨੇ ਉਹ ਇੱਕ ਲੂਸ ਕਨੈਕਟਿਵ ਟਿਸ਼ੂ ਦੇ ਵਿੱਚ ਹੁੰਦੇ ਨੇ। ਦੈਨ ਆਹ ਡਾਇਗਰਾਮ ਟੈਸਟਿਸ ਦੀ, ਜੇ ਤੁਸੀਂ ਮੰਨ ਲਓ ਹੈ ਨਾ ਤੁਹਾਡੇ ਕੋਲ ਮੋਡਰਨ ਦੀ ਬੁੱਕ ਹੈ ਜਾਂ ਦਿਨੇਸ਼ ਦੀ ਬੁੱਕ ਹੈ, ਠੀਕ ਹੈ, ਅਤੇ ਤੁਸੀਂ ਉਹਦੇ ਤੋਂ ਪੜ੍ਹਦੇ ਹੋ, ਪਰ ਤੁਸੀਂ ਦੇਖੋਗੇ ਕਦੇ ਵੀ ਡਾਇਗਰਾਮ ਜਿਹੜੀ ਹੁੰਦੀ ਹੈ ਪੇਪਰ ਦੇ ਵਿੱਚ ਇਹਨਾਂ ਬੁੱਕਸ ਤੋਂ ਨਹੀਂ ਆਉਂਦੀ। ਡਾਇਗਰਾਮ NCERT ਦੇ ਵਿੱਚੋਂ ਆਉਂਦੀ ਆ। ਡਾਇਗਰਾਮ ਸਾਰੀਆਂ ਤੁਸੀਂ NCERT ਦੀਆਂ ਦੇਖਣੀਆਂ। ਇਸ ਦੇ ਵਿੱਚ ਵੀ NCERT ਦੀ ਡਾਇਗਰਾਮ ਬਣੀ ਹੋਈ ਆ। ਜਿਹੜੇ ਵੀ ਮਤਲਬ ਪੇਪਰਾਂ ਦੇ ਹੁੰਦੇ ਸਾਰਿਆਂ ਦੇ ਵਿੱਚ ਆਲਮੋਸਟ ਡਾਇਗਰਾਮਸ NCERT ਦੇ ਵਿੱਚ ਹੁੰਦੀਆਂ ਨੇ। ਤਾਂ ਪਹਿਲਾਂ ਆਪਾਂ ਇਹਦੇ ਪਾਰਟਸ ਪਹਿਲਾਂ ਇੱਕ ਵਾਰੀ ਆਪਾਂ ਉਹ ਡਾਇਗਰਾਮ ਦੇਖ ਲੈਂਦੇ ਹਾਂ। ਆਹ ਆਪਣੇ ਕੋਲ ਇੱਕ ਹੈ ਨਾ ਟੈਸਟਿਸ ਹੈ। ਟੈਸਟਿਸ ਦੇ ਵਿੱਚ ਦਿਸ ਲੇਅਰ ਆਪਣੀ ਟਿਊਨਿਕਾ ਐਲਬੂਜੀਨੀਆ, ਉਸ ਤੋਂ ਨੈਕਸਟ ਵਾਲੀ ਲੇਅਰ ਹੈਗੀ ਆ ਟਿਊਨਿਕਾ ਵੈਸਕੂਲਰਸ, ਦੈਨ ਟਿਊਨਿਕਾ ਵਜਾਈਨਲ, ਠੀਕ ਹੈ। ਅਤੇ ਆਹ ਆਪਣੇ ਕੋਲ ਹੈਗੇ ਆ ਟੈਸਟੀਕੂਲਰ ਲੋਬਸ, ਇਹਨਾਂ ਦੇ ਵਿੱਚ ਹੈਗੇ ਆ ਸੈਮੀਨੀਫੀਰੀਅਸ ਲੋਬਸ, ਠੀਕ ਹੈ। ਅਤੇ ਆਹ ਨੀਚੇ ਵਾਲਾ ਪਾਰਟ ਹੈਗਾ ਵਾ ਗੁਬਰਨਿਕੂਲਮ, ਅਤੇ ਆਹ ਹੈਗੇ ਆ ਸੈਪਟਾ ਆਫ ਟੈਸਟਿਸ, ਜਿਹੜੇ ਇਹਨਾਂ ਨੂੰ ਸੈਪਟਾ ਆਫ ਟੈਸਟਿਸ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਦਿਸ ਪਾਰਟ ਇਜ਼ ਰੈਟੇਟੈਸਟਿਸ, ਦੈਨ ਕਾਰਪਸ ਐਪੀਡੀਡਾਈਮਸ, ਵਾਸਾ ਡੈਫਰੈਂਸ਼ੀਅਸ, ਵਾਸਾ ਐਫਰੈਂਸ਼ੀਆ, ਦੈਨ ਕਾਪਟ ਐਪੀਡੀਡਾਈਮਸ। ਇਹ ਸਾਰੇ ਪਾਰਟਸ ਬਾਰੇ ਤੁਸੀਂ ਸਟੱਡੀ ਕਰ ਲਓਗੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਤੁਹਾਡੇ ਮਾਇੰਡ ਦੇ ਵਿੱਚ ਕਲੀਅਰ ਹੋ ਜਾਏਗਾ। ਦੈਨ ਉੱਪਰ ਵਾਲਾ ਪਾਰਟ ਯੂਰੇਟਰ ਹੈ, ਤੁਸੀਂ ਕਲਾਸ 11th ਦੇ ਵਿੱਚ ਪੜ੍ਹਿਆ ਹੀ ਹੋਣਾ ਹੈ ਯੂਰੇਟਰ। ਦੈਨ ਆਹ ਆਪਣਾ ਉਹੀ ਆ ਗਿਆ ਸੈਮੀਨੀਫੀਰਸ ਟਿਊਬਲੈਸ, ਠੀਕ ਹੈ ਜੀ। ਉਸ ਤੋਂ ਬਾਅਦ ਆਹ ਆਪਣੇ ਕੋਲ ਯੂਰਾਈਨਰੀ ਬਲੈਡਰ ਹੈ, ਫਿਰ ਆਹ ਵਾਸ਼ਾ ਡਿਫਰੈਂਸ਼ੀਅਸ ਨੇ, ਪ੍ਰੋਸਟੇਟ ਗਲੈਂਡ ਨੇ ਆਪਣੇ ਕੋਲ, ਪੀਨਿਸ, ਅਤੇ ਫਿਰ ਉਸ ਤੋਂ ਬਾਅਦ ਯੂਰੇਥਰਾ, ਫਿਰ ਗਲੈਂਸ ਪੈਲਿਸ। ਜਿਹੜੀ ਸੈਂਸੀਟਿਵ ਟਿਪ ਹੁੰਦੀ ਹੈ ਨਾ ਪੀਨਸ ਦੀ ਉਹਨੂੰ ਗਲੈਂਸ ਪੈਲਿਸ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਹ ਆਪਣੇ ਕੋਲ ਟੈਸਟਿਸ ਨੇ ਨੀਚੇ ਜਿਹੜੇ ਮਤਲਬ ਆਹ ਪੂਰਾ ਜਿਹੜਾ ਪਾਰਟ ਹੈ ਇਹ ਆਪਣੇ ਕੋਲ ਸਕਰੋਟਮ ਆ, ਜਿਹੜਾ ਆਪਾਂ ਸਟੱਡੀ ਕੀਤਾ ਸੀਗਾ ਵੀ ਹੈਂਗਿੰਗ ਪਾਰਟ, ਉਹ ਸਕਰੋਟਮ ਆ, ਠੀਕ ਹੈ ਜੀ। ਉਹਦੇ ਵਿੱਚ ਆਪਣੇ ਕੋਲ ਟੈਸਟਿਸ ਹੁੰਦੇ ਨੇ। ਉਸ ਤੋਂ ਬਾਅਦ ਆ ਬਲਬੋ ਯੂਰੇਥਰਲ ਗਲੈਂਡ, ਦੈਨ ਐਨਸ, ਦੈਨ ਰੈਕਟਮ, ਦੈਨ ਇਜੈਕੂਲੇਟਰੀ ਡਕਟ। ਇਹ ਸਾਰਾ ਕੁਛ ਤੁਹਾਨੂੰ ਪਤਾ ਹੈ ਅਤੇ ਤੁਸੀਂ ਪੜ੍ਹ ਵੀ ਰੱਖਿਆ ਹੈ। ਨੈਕਸਟ ਹੈ ਸਕਰੋਟਮ ਜਿਹੜਾ ਆਪਾਂ ਨੇ ਪੜ੍ਹਿਆ। ਦੈਨ ਇਟ ਇਜ਼ ਅ ਪਾਊਚ ਲਾਈਕ ਸਟਰਕਚਰ ਆਫ ਪਿਗਮੈਂਟਡ ਸਕਿਨ ਅਰਾਈਜ਼ਿੰਗ ਫਰੋਮ ਦਾ ਲੋਅਰ ਅਬਡੋਮੀਨਲ ਵਾਲ ਹੈਂਗਿੰਗ ਬਿਟਵੀਨ ਦਾ ਲੈਗਸ। ਇਹ ਕੀ ਕਹਿ ਰਹੇ ਆ ਕਿ ਇਹ ਪਾਊਚ ਲਾਈਕ ਸਟਰਕਚਰ ਹੁੰਦਾ ਹੈ, ਉਹਨੇ ਇੱਦਾਂ ਦਾ ਸਟਰਕਚਰ ਹੈ, ਠੀਕ ਹੈ ਜੀ। ਇਹਦੇ ਵਿੱਚ ਤੁਸੀਂ ਇੱਦਾਂ ਵੀ ਲਿਖ ਸਕਦੇ ਹੋ ਕਿ ਇਟ ਕੰਟੇਨਸ ਹੈ ਨਾ ਟੈਸਟਿਸ, ਓਕੇ ਜੀ। ਅਤੇ ਇਹ ਹੈਂਗਿੰਗ ਮਤਲਬ ਕਿ ਇਹ ਲੋਅਰ ਪਾਰਟ ਹੁੰਦਾ ਅਬਡੋਮੀਨਲ ਵਾਲ 'ਤੇ ਹੈਂਗਿੰਗ, ਮਤਲਬ ਕਿ ਇਹ ਇੱਦਾਂ ਹੈਂਗਿੰਗ ਪੋਜੀਸ਼ਨ ਦੇ ਵਿੱਚ ਹੁੰਦਾ ਵਾ ਬਿਟਵੀਨ ਦਾ ਲੈਗਸ ਦੇ। ਦੈਨ ਜਿਹੜੇ ਸਕਰੋਟਮ ਹੁੰਦੇ ਨੇ ਉਹ ਬੋਡੀ ਦੇ ਟੈਂਪਰੇਚਰ, ਮਤਲਬ ਕਿ ਜਿਹੜਾ ਟੈਸਟਿਸ ਦਾ ਟੈਂਪਰੇਚਰ ਹੁੰਦਾ ਵਾ ਉਹ 2 ਤੋਂ ਮਤਲਬ ਕਿ ਘੱਟ ਰੱਖਦੇ ਨੇ, ਆਪਣੀ ਬੋਡੀ ਦੇ ਟੈਂਪਰੇਚਰ ਨਾਲੋਂ 2 ਤੋਂ 2.5 ਸੈਲਸੀਅਸ ਘੱਟ ਰੱਖਦੇ ਨੇ, ਤਾਂ ਕਿ ਸਪਰਮਸ ਦੇ ਲਈ ਜਿਹੜੀ ਆ ਉਹ ਸਪਰਮ ਪ੍ਰੋਡਿਊਸ ਹੋਣ ਲਈ ਤਾਂ ਪੂਰੀ ਪਲੇਸ ਹੋਵੇ। ਜੇ ਆਪਣੇ ਕੋਲ ਹਾਈ ਟੈਂਪਰੇਚਰ ਹੋਊਗਾ ਸਕਰੋਟਮ ਦੇ ਵਿੱਚ ਤਾਂ ਜਿਹੜੇ ਵੀ ਸਪਰਮਸ ਪ੍ਰੋਡਿਊਸ ਹੋਣਗੇ ਉਹ ਡੈਮੇਜ ਹੋ ਜਾਣਗੇ। It is divided internally into right left scrotum by the muscular partition called septum scrota। ਇਹ ਕੀ ਕਹਿ ਰਹੇ ਆ ਕਿ ਇਹਨਾਂ ਨੂੰ ਡਿਵਾਈਡ ਕੀਤਾ ਜਾਂਦਾ ਵਾ ਇੰਟਰਨਲੀ ਰਾਈਟ ਪਾਰਟ ਅਤੇ ਲੈਫਟ ਪਾਰਟ ਦੇ ਨਾਲ ਜਦੋਂ ਉਹਨਾਂ ਦੀ ਮਸਕੂਲਰ ਪਾਰਟੀਸ਼ਨ ਹੁੰਦੀ ਹੈ। ਉਹ ਤੋਂ ਬਾਅਦ ਟੈਸਟਿਸ originates in abdominal cavity but later the 7th month of development descend into respective scrotal sac through the passage of inguinal canal। ਇਹ ਕੀ ਕਹਿ ਰਹੇ ਆ ਕਿ ਜਿਹੜੇ ਟੈਸਟਿਸ ਹੁੰਦੇ ਨੇ ਉਹ ਅਬਡੋਮੀਨਲ ਕੈਵਿਟੀ ਦੇ ਵਿੱਚ ਹੁੰਦੇ ਨੇ। ਜਦੋਂ 7th ਮੰਥ ਆਉਂਦਾ ਵਾ ਪੁਬਰਟੀ ਦਾ ਤਾਂ ਇਹ ਇੰਜੂਗਿਨਲ ਕਨਾਲ ਦੇ ਵਿੱਚ ਚਲੇ ਜਾਂਦੇ ਨੇ। ਉਸ ਤੋਂ ਬਾਅਦ ਐਂਡ ਆਫ ਸੈਮੀਨੀਫੀਰੀਅਸ ਟਿਊਬਲਸ ਕਨਵਰਜ ਐਂਡ ਜੁਆਇਨ, ਜਿਹੜਾ ਜਿੱਥੇ ਐਂਡ ਹੁੰਦਾ ਸੈਮੀਨੀਫੀਰੀਅਸ ਟਿਊਬਲਸ ਦਾ ਉਹ ਐਂਡ ਤੋਂ ਹੀ ਮਤਲਬ ਪਹਿਲਾਂ ਤਾਂ ਕਨਵਰਜ ਹੋ ਕੇ ਫਿਰ ਉਹ ਜੁਆਇਨ ਕਰ ਲੈਂਦਾ ਸ਼ਾਰਟ ਸਟ੍ਰੇਟ ਟਿਊਬਲਸ ਨੂੰ, ਉਹਨੂੰ ਕਹਿੰਦੇ ਆ ਟਿਊਬੂਲਾਈ ਰੈਕਟੀ। ਦੈਨ ਉਸ ਤੋਂ ਬਾਅਦ ਟਿਊਬੂਲਾਈ ਰੈਕਟੀ ਓਪਨ ਇਨਟੂ ਨੈਟਵਰਕ ਆਫ ਵਾਈਡਰ ਇਰੈਗੂਲਰ ਟਿਊਬਲਸ ਕਾਲਡ ਰੇਟੇਟੈਸਟਿਸ ਆਪਣੇ ਕੋਲ ਕਾਫੀ ਇੰਪੋਰਟੈਂਟ ਟਰਮ ਹੈ, ਇਹਦਾ ਤੁਸੀਂ ਯਾਦ ਰੱਖਿਓ। Then seminiferous tubulus. Each seminiferous tubulus is lined on inside the 2 types of cell। ਉਹਦੇ ਵਿੱਚ 2 type of cell ਹੁੰਦੇ ਨੇ, ਸਰਟੋਲੀ ਸੈੱਲ ਤੇ ਜਰਮ ਸੈੱਲ, ਮਤਲਬ ਕਿ ਸੈਕਸ ਸੈੱਲ। ਹੁਣ found in testis of septa it is 2 to 3 in number, ਠੀਕ ਹੈ ਜੀ।
दैन स्ट्रक्चर एंड फंक्शनल यूनिट ऑफ टेस्टिस इन विच स्पर्म्स आर प्रोड्यूस्ड। ठीक है जी। उस तो बाद ਜਿਹੜੇ ਆਪਾਂ ਪਹਿਲਾਂ ਸਰਟੋਲੀ ਸੈਲਸ ਵਾਲੇ ਸਟੱਡੀ ਕਰਨਾ, ਦੈਨ ਮੇਲ ਜਰਮ ਸੈੱਲ ਬਾਰੇ। ਜਿਹੜੇ ਸਰਟੋਲੀ ਸੈੱਲ ਹੁੰਦੇ ਨੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਨਿਊਟ੍ਰੀਸ਼ਨ ਪ੍ਰੋਵਾਈਡ ਕਰਦੇ ਨੇ ਜਰਮਸ ਸੈੱਲ ਨੂੰ। ਤੇ ਕਿਊਬਾਈਡਲ ਸੈਲਸ ਪ੍ਰੋਡਿਊਸ ਸਪਰਮੈਟੋਗੋਨੀਆ ਬਾਈ ਮਾਈਟੋਟਿਕ ਡਿਵੀਜ਼ਨ ਵਿਚ ਗਰੋ ਇਨਟੂ ਪ੍ਰਾਇਮਰੀ ਸਪਰਮੈਟੋਸਾਈਟ। ਜਿਹੜੇ ਮਤਲਬ ਸਰਟੋਲੀ ਸੈੱਲ ਹੁੰਦੇ ਨੇ ਉਹ ਕਿਊਬਾਈਡਲ ਸੈੱਲ ਹੁੰਦੇ ਨੇ, ਉਹ ਸਪਰਮੈਟੋਗੋਨੀਆ ਪ੍ਰੋਡਿਊਸ ਕਰਦੇ ਨੇ। ਠੀਕ ਹੈ ਜੀ। ਨੀਚੇ ਡਾਇਗਰਾਮ ਹੈ ਉਹ ਦੇਖਦੇ ਹਾਂ ਆਪਾਂ। ਸਪਰਮੈਟੋਗੋਨੀਆ ਪ੍ਰੋਡਿਊਸ ਕਰਦੇ ਨੇ ਜਦੋਂ ਕਿ ਉਹਨਾਂ ਦਾ ਮਾਈਟੋਟਿਕ ਡਿਵੀਜ਼ਨ ਹੋ ਜਾਂਦਾ ਹੈ। ਠੀਕ ਹੈ। ਦੈਨ ਉਹ ਗਰੋ ਹੁੰਦੇ ਨੇ ਪ੍ਰਾਇਮਰੀ ਸਪਰਮੈਟੋਸਾਈਟ ਦੇ ਵਿੱਚ। ਅਤੇ ਉਸ ਤੋਂ ਬਾਅਦ ਪਹਿਲਾਂ ਉਹਨਾਂ ਦੇ ਵਿੱਚ ਮਾਈਟੋਟਿਕ ਡਿਵੀਜ਼ਨ ਹੁੰਦਾ, ਦੈਨ ਮਿਓਸਿਸ ਹੁੰਦਾ, ਉਹ ਪ੍ਰੋਡਿਊਸ ਕਰਦੇ ਨੇ ਹੈਪਲੋਇਡ ਸੈਲਸ ਨੂੰ। ਫਸਟ ਸੈਕੰਡਰੀ ਸਪਰਮੈਟੋਸਾਈਟ, ਦੈਨ ਸਪਰਮੇਟਾਈਟਸ। ਹੁਣ ਤੁਸੀਂ ਇੱਥੇ ਯਾਦ ਕਰੋ ਕਿ ਪਹਿਲਾਂ ਸਰਟੋਲੀ ਸੈਲਸ ਸੀਗੇ ਜਿਹੜੇ ਕਿਊਬਾਈਡਲ ਸ਼ੇਪ ਸੀਗੇ, ਉਹਨਾਂ ਨੇ ਆਪਾਂ ਨੂੰ ਦਿੱਤਾ ਸਪਰਮੈਟੋਗੋਨੀਆ। ਦੈਨ ਉਹਨਾਂ ਦੀ ਮਾਈਟੋਟਿਕ ਡਿਵੀਜ਼ਨ ਹੋਈ, ਫਿਰ ਆਪਣੇ ਕੋਲ ਪ੍ਰਾਇਮਰੀ ਸਪਰਮੈਟੋਸਾਈਟਸ ਹੋਏ, ਦੈਨ ਉਹਨਾਂ ਦੇ ਵਿੱਚ ਮਿਓਸਿਸ ਹੋਇਆ, ਫਿਰ ਆਪਣੇ ਕੋਲ ਹੈਪਲੋਇਡ ਸੈੱਲ ਬਣ ਗਏ। ਪਹਿਲਾਂ ਆਪਣੇ ਕੋਲ ਕਿਊਬਾਈਡਲ ਸੈੱਲ ਸੀ, ਹੈਪਲੋਇਡ ਸੈੱਲ ਬਣ ਗਏ ਤਾਂ ਉਹਨਾਂ ਦੇ ਵਿੱਚ ਫਸਟ ਸੈਕੰਡਰੀ ਸਪਰਮੈਟੋਸਾਈਟ ਬਣ ਗਏ, ਦੈਨ ਸਪਰਮੇਟਾਈਟਸ। ਦੈਨ the region outside the seminiferous tubulus called interstitial spaces contain small blood vessels and masses of cells called interstitial cells or Leydig cells। ਇਹ ਕੀ ਕਹਿ ਰਹੇ ਆ ਕਿ ਇਹ ਜਿਹੜਾ ਰੀਜਨ ਹੁੰਦਾ ਮਤਲਬ ਸੈਮੀਨੀਫੀਰੀਅਸ ਟਿਊਬਲੈਸ ਦੇ ਬਾਹਰ ਜਿਹੜਾ ਇੰਟਰਸਟੀਸ਼ੀਅਲ ਸਪੇਸਿਸ ਹੁੰਦੀਆਂ ਨੇ, ਉਹਨਾਂ ਦੇ ਵਿੱਚ ਜਿਹੜੇ ਸੈੱਲ ਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜੇ ਮਤਲਬ ਕਿ ਪਹਿਲਾਂ ਤਾਂ ਬਲੱਡ ਵੈਸਲਸ ਹੁੰਦੇ ਨੇ ਛੋਟੇ ਛੋਟੇ, ਦੈਨ ਉਹਨਾਂ ਦੇ ਵਿੱਚ ਸੈੱਲਸ ਹੁੰਦੇ ਨੇ, ਉਹਨਾਂ ਨੂੰ ਇੰਟਰਸਟੀਸ਼ੀਅਲ ਸੈੱਲ ਜਾਂ ਲੇਡਿੰਗ ਸੈੱਲ ਕਿਹਾ ਜਾਂਦਾ। ਥੀਸ ਸੈੱਲ ਸਿੰਥੇਸਾਈਜ਼ ਐਂਡ ਸਕ੍ਰੀਟ ਦਾ ਟੈਸਟੀਕੂਲਰ ਹਾਰਮੋਨ ਕਾਲਡ ਐਂਡਰੋਜਨ। ਹੁਣ let's change the pen of color of the pen। ਐਂਡਰੋਜਨ ਆ ਜਿਹੜਾ ਉਹ ਮੇਲ ਸੈਕਸ ਹਾਰਮੋਨ ਆ, ਇਹ ਆਪਾਂ ਨੂੰ ਯਾਦ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਜਿਹੜੇ ਲੇਡਿੰਗ ਸੈਲਸ ਨੇ ਆਰ ਐਂਡੋਕਰੀਨ ਇਨ ਫੰਕਸ਼ਨ ਐਂਡ ਰੈਗੂਲੇਟ ਮੇਨਟੇਨ ਦਾ ਮੇਲ ਸੈਕਸ ਕਰੈਕਟਰਿਸਟਿਕਸ। ਜਿਹੜੇ ਲੇਡਿੰਗ ਸੈਲਸ ਹੁੰਦੇ ਨੇ ਉਹ ਕੰਟਰੋਲ ਕਰਦੇ ਨੇ ਮੇਲ ਸੈਕਸ ਕਰੈਕਟਰਿਸਟਿਕਸ। ਠੀਕ ਹੈ, ਮਤਲਬ ਸਪਰਮ ਵਗੈਰਾ ਦੀ ਫੋਰਮੇਸ਼ਨ। ਦੈਨ ਉਸ ਤੋਂ ਬਾਅਦ ਆਹ ਆਪਣੇ ਕੋਲ ਹੈ ਮੇਲ ਜਰਮ ਸੈੱਲ। The male germ cell give rise to spermatozoa। Note ਇੱਥੇ ਕੀ ਦਿੱਤਾ ਹੋਇਆ, ਮੇਲ ਰੀਪਰੋਡਕਟਿਵ ਸਿਸਟਮ ਇਜ਼ ਲੋਕੇਟਡ ਇਨ ਦਾ ਪੈਲਵਿਕ ਰੀਜਨ। ਇਹ ਤਾਂ ਆਪਾਂ ਨੂੰ ਪਤਾ ਹੀ ਹੈ। ਹੁਣ ਆਪਾਂ ਦੇਖਦੇ ਹਾਂ ਕਿੱਥੇ ਸੌਰੀ, ਹੁਣ ਨਾ ਤੁਹਾਨੂੰ ਇੱਕ ਪ੍ਰੈਕਟੀਕਲ ਵੀ ਆਏਗਾ, ਮਤਲਬ ਕਿ ਉਹਨਾਂ ਦੇ ਵਿੱਚ ਹੈ ਨਾ ਆਪਾਂ ਨੂੰ ਸਲਾਈਡ ਦਿੱਤੀ ਹੋਏਗੀ, ਆਪਾਂ ਨੇ ਆਈਡੈਂਟੀਫਾਈ ਕਰਨਾ ਵਾ ਮੇਲਸ ਮਤਲਬ ਕਿ ਆਪਾਂ ਨੂੰ ਜਿਵੇਂ ਹੁਣ ਜਦੋਂ ਸਾਡੇ ਪ੍ਰੈਕਟੀਕਲ ਹੋਏ ਸੀਗੇ ਤਾਂ ਮੈਨੂੰ ਜਿਹੜੀ ਸਲਾਈਡ ਆਈ ਸੀ ਤਾਂ ਉਹਦੇ ਵਿੱਚ ਆਹ ਮੇਲ ਜਿਹੜੇ ਟੈਸਟਿਸਟ ਆ ਉਹਦੀ ਸਲਾਈਡ ਸੀਗੀ। ਤਾਂ ਜਿਹੜੀ ਆਹ ਡਾਇਗਰਾਮ ਆ ਇਹਨੂੰ ਤੁਸੀਂ ਆਪਣੇ ਮਾਈਂਡ 'ਚ ਰੱਖਣਾ ਵਾ। ਇਹਦੇ ਡਾਇਗਰਾਮ ਦੇ ਨਾਲ ਹੀ ਜਦੋਂ ਇਹਨੂੰ ਤੁਸੀਂ ਮਾਈਕਰੋਸਕੋਪਿਕ ਇਮੇਜ ਇਹਦੀ ਮਤਲਬ ਸਲਾਈਡ ਦੇਖੋਗੇ ਤਾਂ ਤੁਹਾਨੂੰ ਸੇਮ ਦਿਖੇਗਾ, ਫਿਰ ਤੁਸੀਂ ਇਹਨਾਂ ਨੂੰ ਆਈਡੈਂਟੀਫਾਈ ਵੀ ਕਰ ਸਕਦੇ ਹੋ। ਆਹ ਆਪਣੇ ਕੋਲੇ ਸੈਮਨੀਫੀਰਸ ਟਿਊਬਲੈਸ ਹੈ, ਜਿਹੜੇ ਆਹ ਸੈੱਲ ਨੇ ਆਪਾਂ ਨੂੰ ਕੋਲੇ ਲੇਡਿੰਗ ਸੈਲਸ ਨੇ। ਆਹ ਜਿਹੜਾ ਸਾਰਾ ਪਾਰਟ ਆ ਇਹ ਕਨੈਕਟਿਵ ਹੈ। ਠੀਕ ਹੈ ਜੀ। ਆਹ ਬਲੱਡ ਵੈਸਲਸ ਵੀ ਇਹਦੇ ਵਿੱਚ ਪ੍ਰੈਜ਼ੈਂਟ ਨੇ, ਸਰਟੋਲੀ ਸੈਲਸ ਵੀ ਪ੍ਰੈਜ਼ੈਂਟ ਨੇ, ਜਰਮੀਨਲ ਐਪੀਥੀਲੀਅਮ ਵੀ। ਦੈਨ ਉਹਦੇ ਅੰਦਰ ਜਿਹੜਾ ਅੰਦਰ ਵਾਲਾ ਪਾਰਟ ਹੈ ਸਪਰਮੈਟੋਜ਼ੋਆ ਉਹਦੇ ਵਿੱਚ ਆ, ਸਪਰਮੇਟਾਈਟਸ ਉਹਦੇ ਵਿੱਚ ਆ, ਪ੍ਰਾਇਮਰੀ ਸੈਕੰਡਰੀ ਸਪਰਮੇਟਾਈਡ ਉਹਦੇ ਵਿੱਚ ਆ, ਅਤੇ ਸਪਰਮੈਟੋਗੋਨੀਅਮ ਵੀ ਉਹਦੇ ਵਿੱਚ ਪ੍ਰੈਜ਼ੈਂਟ ਹੈ। ਹੁਣ ਨੈਕਸਟ ਕੀ ਟਰਮਸ ਦਿੱਤੀਆਂ ਹੋਈਆਂ ਨੇ, ਜਿਹੜਾ ਟੈਸਟਿਸ ਆ ਉਹ ਆਰ ਪ੍ਰੈਜ਼ੈਂਟ ਆਊਟਸਾਈਡ ਦੀ ਅਬਡੋਮੀਨਲ ਕੈਵਿਟੀ ਇਨ ਪੈਰਿਸ। ਦੈਨ ਸਕਰੋਟਮ ਆ ਜਿਹੜਾ ਉਹ ਆਊਟਸਾਈਡ ਦੀ ਅਬਡੋਮੀਨਲ ਕੈਵਿਟੀ ਹੁੰਦਾ, ਉਹ ਪਾਊਚ ਦੀ ਤਰ੍ਹਾਂ ਹੁੰਦਾ। ਵਾਸ਼ਾ ਫਰੈਂਸ਼ੀਆ ਹੁੰਦਾ ਜਿਹੜਾ ਉਹ ਸਟਾਰਟ ਹੁੰਦਾ ਇੱਕ ਡਕਟ ਦੇ ਨਾਲ ਫਰੋਮ ਈਚ ਟੈਸਟਿਸ, ਹਰੇਕ ਟੈਸਟਿਸ ਤੋਂ। ਦੈਨ ਐਪੀਡੀਡਾਈਮਸ ਹੁੰਦਾ। ਦੈਨ 10 ਤੋਂ ਲੈ ਕੇ 12 ਵਾਸ਼ਾ ਫਰੈਂਸ਼ੀਆ ਉਹ ਕੌਨਫੂਲੇਟ ਕਰਦੇ ਆ ਤਾਂ ਕਿ ਉਹ ਬਣਾ ਸਕਣ ਇੱਕ ਕੋਇਲਡ ਟਿਊਬ ਜਿਹਨੂੰ ਐਪੀਡੀਡਾਈਮਸ ਕਿਹਾ ਜਾਂਦਾ। ਦੈਨ ਵਾਸ਼ਾ ਡਿਫਰੈਂਸ਼ੀਅਸ ਐਪੀਡੀਡਾਈਮਸ ਸਟੋਰ ਦਾ ਸਪਰਮ ਟੈਂਪਰੇਰੀ
ਫਰੋਮ ਐਪੀਡੀਡਾਈਮਸ, ਜਿਹੜੇ ਕਿ ਆਹ ਜਿਹੜਾ ਵਾਸਾ ਡਿਫਰੈਂਸ਼ੀਅਸ ਆ ਇਹ ਐਪੀਡੀਡਾਈਮਸ ਤੋਂ ਮਤਲਬ ਕਿ ਸਪਰਮ ਨੂੰ ਸਟੋਰ ਕਰਦਾ ਪਰ ਟੈਂਪਰਰੀ ਹੈ ਨਾ। ਇਹ ਪਾਰਸ਼ੀਅਲੀ ਕੋਲਾਈਡ ਟਿਊਬ ਕਾਲਡ ਵਾਸ਼ਾ ਡਿਫਰੈਂਸ਼ੀਅਸ ਅਸੈਂਡ ਇਨਟੂ ਅਬਡੋਮੀਨਲ ਐਂਡ ਪਾਸਿਸ ਓਵਰ ਦਾ ਯੂਰਾਈਨਰੀ ਬਲੈਡਰ, ਦੈਨ ਉਹਨਾਂ ਨੂੰ ਯੂਰਾਈਨਰੀ ਬਲੈਡਰ ਦੀ ਥਰੂ ਪਾਸ ਕਰਦਾ ਯੂਰੇਥਰਾ ਪ੍ਰੋਵਾਈਡ ਕਾਮਨ ਪਾਥਵੇ ਟੂ ਫਲੋ ਯੂਰਾਈਨ ਐਂਡ ਸੈਮਨ। ਓਕੇ ਜੀ। ਦੈਨ ਹੁਣ ਪਹਿਲਾਂ ਆਪਣੇ ਪ੍ਰਾਇਮਰੀ ਸੈਕਸ ਆਰਗਨ ਪੜ੍ਹਿਆ, ਉਹ ਕਿਹੜਾ ਸੀ? ਟੈਸਟਿਸ। ਜੇ ਤੁਹਾਨੂੰ ਟੈਸਟਿਸ ਬਾਰੇ ਆਊਗਾ ਤਾਂ ਤੁਸੀਂ ਉਹ ਸਾਰਾ ਕੁਛ ਲਿਖ ਸਕਦੇ ਹੋ ਜਾਂ ਆਪਣੀ ਬੁੱਕ ਤੋਂ ਕੁਛ ਚੀਜ਼ਾਂ ਐਡ ਕਰ ਸਕਦੇ ਹੋ। ਹੁਣ ਨੈਕਸਟ ਹੈ ਸੈਕੰਡਰੀ ਸੈਕਸ ਆਰਗਨਸ ਐਂਡ ਆਹ ਨੋਟਸ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਮਿਲ ਜਾਣਗੇ। ਅਤੇ ਜੇ ਮਤਲਬ ਤੁਹਾਡੇ ਕੋਲ ਨੋਟਸ ਬਣਾਉਣ ਦਾ ਟਾਈਮ ਨਹੀਂ ਹੈਗਾ ਤਾਂ ਤੁਸੀਂ ਇਹਨਾਂ ਦੀ ਹੀ ਪ੍ਰਿੰਟ ਆਊਟ ਕਢਵਾਓ ਅਤੇ ਆਰਾਮ ਨਾਲ ਆਪਣਾ ਸਟੱਡੀ 'ਤੇ ਫੋਕਸ ਕਰੋ। ਦੈਨ ਸੈਕੰਡਰੀ ਸੈਕਸ ਆਰਗਨ, ਪਹਿਲਾਂ ਉਹਦੇ ਵਿੱਚ ਅਸੈਸਰੀ ਡਕਟ। ਇਟ ਕੰਸਿਸਟ ਆਫ ਟਿਊਬਸ ਵਿਚ ਕੰਡਕਟ ਸਪਰਮ ਫਰੋਮ ਦਾ ਟੈਸਟਿਸ ਟੂ ਦਾ ਆਊਟਸਾਈਡ। ਅਸੈਸਰੀ ਡਕਟ ਸਿਸਟਮ ਮਤਲਬ ਕਿ ਡਕਟ ਇਹਦੇ ਵਿੱਚ ਡਕਟ ਸਿਸਟਮ ਹੁੰਦਾ ਹੈ। ਇਹ ਹੈ ਜਿਹੜਾ ਇਹ ਹੈਲਪ ਕਰਦਾ ਹੈ ਤਾਂ ਕਿ ਜਿਹੜੇ ਸਪਰਮ ਨੇ ਉਹਨਾਂ ਨੂੰ ਟੈਸਟਿਸ ਤੋਂ ਬਾਹਰ ਕੱਢਿਆ ਜਾ ਸਕੇ, ਤਾਂ ਹੀ ਤਾਂ ਉਹ ਜਾ ਕੇ ਮਤਲਬ ਫੀਮੇਲ ਦੇ ਪਾਰਟਸ ਦੇ ਵਿੱਚ ਜਾਣਗੇ। ਠੀਕ ਹੈ ਜੀ। ਦ ਸੈਮੀਨੀਫੀਰੀਅਸ ਟਿਊਬਲੈਸ ਓਪਨ ਇਨਟੂ ਵਾਸਾ ਐਫਰੈਂਸ਼ੀਆ ਥਰੂ ਰੈਟੇ ਟੈਸਟਿਸ। ਜਿਹੜੀ ਸੈਮੀਨੀਫੀਰੀਅਸ ਟਿਊਬਲੈਸ ਹੁੰਦੀ ਆ ਉਹ ਓਪਨ ਹੁੰਦੀ ਆ ਵਾਸ਼ਾ ਐਫਰੈਂਸ਼ੀਆ ਚੋਂ ਥਰੂ ਰੇਟੇ ਟੈਸਟਿਸ। ਦੈਨ ਸੈਵਰਲ ਵਾਸ਼ਾ ਐਫਰੈਂਸ਼ੀਆ ਓਪਨ ਇਨ ਐਪੀਡੀਡਾਈਮਸ ਐਂਡ ਕੈਰੀ ਸਪਰਮ ਆਊਟਸਾਈਡ ਦਾ ਟੈਸਟਿਸ। ਦੈਨ Then epididymis is a long coiled tube present along the posterior surface of each testis। ਇਹ ਕੀ ਕਹਿਣਾ ਚਾਹ ਰਿਹਾ ਹੈ ਕਿ ਜਿਹੜੀ ਐਪੀਡੀਡਾਈਮਸ ਆ ਉਹ ਕੋਇਲਡ ਟਿਊਬ ਹੁੰਦੀ ਆ, ਪ੍ਰੈਜੈਂਟ ਹੁੰਦੀ ਆ ਪੋਸਟੀਰੀਅਰ ਸਰਫੇਸ ਦੇ ਵਿੱਚ, ਮਤਲਬ ਹਰੇਕ ਟੈਸਟਿਸ ਦੇ ਪੋਸਟੀਰੀਅਰ ਸਰਫੇਸ ਦੇ ਵਿੱਚ ਪ੍ਰੈਜੈਂਟ ਹੁੰਦੀ ਆ। ਇਟ ਕੰਟੀਨਿਊਜ਼ as washa differentiates and ascend into abdominal loop over the urinary bladder। epididymis stores temporary sperm, ਇਹ ਤਾਂ ਆਪਾਂ ਨੂੰ ਪਤਾ ਹੀ ਹੈ। then the duct from seminal vesicle and vasa differentiates together forms ejaculatory duct। ਜਿਹੜੀ ਇਹ ਡਕਟ ਹੁੰਦੀ ਹੈ ਇਹ ਸੈਮੀਨਲ ਵੈਸੀਕਲ ਦੇ ਨਾਲ ਮਿਲ ਕੇ ਇਜੈਕੂਲੇਟਰੀ ਡਕਟ ਪ੍ਰੋਡਿਊਸ ਕਰਦੀ ਆ। ਉਹ ਪਾਸ ਹੁੰਦੇ ਨੇ ਪ੍ਰੋਸਟੇਟ ਗਲੈਂਡ ਦੇ ਵਿੱਚ, ਦੈਨ ਜੁਆਇਨ ਕਰਦੇ ਨੇ ਯੂਰੇਥਰਾ ਨੂੰ। ਇਹ ਸਾਰੀਆਂ ਲਾਈਨਸ ਜਿੱਦਾਂ ਜਿੱਦਾਂ ਤੁਸੀਂ ਸਟੱਡੀ ਕਰੀ ਜਾਓਗੇ ਉਦੋਂ ਹੀ ਤੁਹਾਡੇ ਮਾਈਂਡ ਦੇ ਵਿੱਚ ਆਈ ਜਾਣੀਆਂ ਨੇ। ਦੈਨ ਆਪਣੇ ਕੋਲ ਆ ਜਿਹੜਾ ਆਹ ਪੁਆਇੰਟ ਇਹ ਇੰਪੋਰਟੈਂਟ ਹੈ। Sperms undergo physiological maturation, acquiring increased motility and fertilizing capacity called captation in epididymis। Okay ਜੀ। then accessory glands, ਉਹ accessory ducts ਸੀ। accessory gland ਇਹਦੇ ਵਿੱਚ prostate gland ਪਹਿਲਾਂ ਆਪਣੇ ਕੋਲ ਆਉਂਦਾ। ਇਹ ਚੈਸਟਨਟ ਸ਼ੇਪ ਦਾ ਗਲੈਂਡ ਹੁੰਦਾ ਹੈ। ਇਹ ਸਕ੍ਰੀਟ ਕਰਦਾ ਮਿਲਕੀ slightly alkaline fluid that contains lipid, enzyme and citric acid। it released during ejaculation। it is released during ejaculation then and helps to neutralize the acidic medium of vagina। ਇਹ ਹੈਲਪ ਕਰਦਾ ਹੈ ਤਾਂ ਕਿ ਆਪਣੇ ਕੋਲੇ ਵਜਾਈਨਾ ਦਾ ਜਿੰਨਾ ਵੀ ਐਸਿਡਿਕ ਮੀਡੀਅਮ ਉਹ ਰਿਡਿਊਸ ਹੋ ਸਕੇ। ਮੇਕਿੰਗ ਦਾ ਸਪਰਮਸ ਮੋਰ ਐਕਟਿਵ ਟੂ ਸਵਿਮ। ਜਿਹੜੇ ਸਪਰਮ ਨੇ ਉਹ ਫੀਮੇਲ ਦੇ ਮਤਲਬ ਕਿ ਵਜਾਈਨਾ ਦੇ ਵਿੱਚ ਪਾਸ ਹੋ ਕੇ ਉੱਥੇ ਤੱਕ ਪਹੁੰਚ ਸਕਣ, ਤਾਂ ਕਰਕੇ ਉਹਨਾਂ ਦੀ ਸਵਿਮਿੰਗ ਦੇ ਵਿੱਚ ਹੈਲਪ ਕਰਦਾ। ਦੈਨ ਜਿਹੜਾ ਪ੍ਰੋਸਟੈਟਿਕ ਫਲੂਇਡ ਹੁੰਦਾ ਉਹ 20 ਤੋਂ 30% ਉਹਦੇ ਵਿੱਚ ਸੈਮਨ ਵੈਲਿਊਮ ਹੁੰਦੀ ਹੈ। ਦੈਨ ਸੈਮੀਨਲ ਵੈਸੀਕਲ ਹੁੰਦੀ ਹੈ, ਇਹ ਪੇਅਰਡ ਹੁੰਦੀਆਂ ਨੇ, ਦੋ ਹੁੰਦੀਆਂ ਨੇ ਇੱਦਾਂ ਦਾ ਪੇਅਰਡ ਹੁੰਦੀਆਂ ਨੇ। paired behind the bladder, they secrete mucus and watery fluid that contains fructose as an energy source for the sperms। ਇਹਨਾਂ ਦੇ ਵਿੱਚ ਕੀ ਹੁੰਦਾ ਫਰਕਟੋਸ ਜਿਹੜਾ ਕਿ ਐਨਰਜੀ ਸੋਰਸ ਦੀ ਤਰ੍ਹਾਂ ਯੂਜ਼ ਹੁੰਦਾ। ਦੈਨ ਪ੍ਰੋਸਟੇਟ ਗਲੈਡਿਸ, ਇਹ ਸਟੀਮੂਲੇਟ ਕਰਦਾ ਯੂਰਾਈਨ ਕੰਟਰੈਕਸ਼ਨ ਫਰੋਮ ਦਾ ਜਿਹੜਾ ਸਪਰਮ ਮੂਵਮੈਂਟ ਲਈ। ਦੈਨ ਇਹ ਕਲੋਟਿੰਗ ਪ੍ਰੋਟੀਨ ਫੋਰਮਸ ਦਾ ਟੈਂਪਰਰੀ ਕਲੋਟ ਆਫਟਰ ਇਜੈਕੂਲੇਸ਼ਨ। ਕੈਲਸ਼ੀਅਮ ਅਤੇ ਜਿਹੜੇ ਹੋਰ ਐਨਾਜ਼ਾਈਮ ਨੇ ਉਹ ਵੀ ਸੈਮੀਨਲ ਪਲਾਜ਼ਮਾ ਦਾ ਹੀ ਹਿੱਸਾ ਨੇ। ਦੈਨ ਜਿਹੜਾ ਫਰੈਕਟੋਸ ਪ੍ਰੋਡਿਊਸ ਹੁੰਦਾ ਸੈਮੀਨਲ ਵੈਸੀਕਲ ਦੇ ਨਾਲ ਉਹ ਸਾਰੀ ਉਹ ਹੋਰ ਕਿਸੇ ਵੀ ਜਗ੍ਹਾ 'ਤੇ ਪ੍ਰੈਜੈਂਟ ਨਹੀਂ ਹੁੰਦਾ ਬੋਡੀ ਦੇ ਵਿੱਚ।
ਦੈਨ ਜਦੋਂ ਵੀ ਫੋਰੈਂਸਿਕ ਟੈਸਟ ਹੁੰਦਾ ਮਤਲਬ ਰੇਪ ਵਗੈਰਾ ਦੇ ਕੇਸ ਦੇ ਵਿੱਚ, ਤਾਂ ਜਿਹੜਾ ਇਹ ਪ੍ਰੈਜ਼ੈਂਟ ਹੁੰਦਾ ਫੀਮੇਲ ਜੈਨੇਟਿਕਲ ਟਰੈਕਟ ਦੇ ਵਿੱਚ, ਇਹੀ ਕਨਫਰਮ ਕਰਦਾ ਸੈਕਸ਼ੂਅਲ ਇੰਟਰਕੋਰਸ ਨੂੰ। ਦੈਨ ਬਲਬੋਯੂਰੈਥਰਲ ਗਲੈਂਡ ਜਾਂ ਕਾਪਰ ਗਲੈਂਡ, ਇਟ secretes mucus and alkaline fluid to the urethra. They are attached to urethra below prostate gland. ਜਿਹੜਾ ਮਿਊਕਸ ਆ ਉਹ ਹੈਲਪ ਕਰਦਾ ਹੈ ulceration of penis, then neutralization urinary acid if present in urethra. then ਜਿਹੜਾ ਸੈਮਨ ਹੁੰਦਾ ਵਾ ਉਹ secrete the secretion of accessory glands and mucus are added to sperm to form seminal fluid. ਜਿਹੜਾ seminal fluid ਹੁੰਦਾ ਉਹਨੂੰ ਹੀ ਆਪਣੇ ਸੈਮਨ ਕਹਿੰਦੇ ਆ। then secretion have many functions, ਜਿਹੜਾ ਪ੍ਰੋਵਾਈਡ ਕਰਦਾ ਹੈ medium for transmission of sperms, then nutrition, then nourish ਕਰਦਾ activity of sperm ਨੂੰ ਤਾਂ ਕਿ ਉਹ ਮੋਟਾਈਲ ਰਹਿਣ ਅਤੇ viable ਰਹਿਣ। then one component of semen is zinc, whose role in reproduction and source is unclear, but its contraction below the certain level has been associated with infertility. then external genitalia, penis ਹੁੰਦਾ ਜਿਹੜਾ ਉਹਨੂੰ external genitalia ਕਹਿੰਦੇ ਆ। then near the tip of the penis there is a spongy tissue called corpus spongianum is enlarged for the soft and highly sensitive, ਜਿਹੜੀ ਟਿਪ ਹੁੰਦੀ ਆ ਉਹਨੂੰ glans penis ਕਿਹਾ ਜਾਂਦਾ। then ਉਹ ਜਿਹੜੀ ਸਕਿਨ ਹੁੰਦੀ ਆ ਉਹ ਕਵਰ ਹੋਈ ਹੁੰਦੀ ਆ ਫੋਰ ਸਕਿਨ ਦੇ ਨਾਲ। ਇਟ ਹੈਜ਼ ਇਰੈਕਟਾਈਲ ਟਿਸ਼ੂ, ਇਹਦੇ ਵਿੱਚ ਇਰੈਕਟਾਈਲ ਟਿਸ਼ੂ ਹੁੰਦੇ ਨੇ। ਤਾਂ ਵੈਸਕੂਲਰ ਸਪੇਸਿਸ ਹੁੰਦੀਆਂ ਜਿਹੜੀਆਂ ਉਹ ਫਿਲ ਹੋ ਜਾਂਦੀਆਂ ਨੇ ਬਲੱਡ ਦੇ ਨਾਲ। ਦੈਨ ਸੈਕਸ਼ੂਅਲੀ ਐਕਸਾਈਟਡ ਕਾਜ਼ਿੰਗ ਪੀਨਸ ਟੂ ਅਟਰੈਕਟ, ਜਦੋਂ ਵੀ ਮੇਲ ਸੈਕਸ਼ੂਅਲੀ ਐਕਸਾਈਟਡ ਹੁੰਦਾ ਤਾਂ ਪੀਨਸ ਦੀ ਇਰੈਕਸ਼ਨ ਦੇ ਵਿੱਚ ਹੈਲਪ ਕਰਦਾ। ਅੱਜ ਆਪਣਾ ਮੇਲ ਰੀਪਰੋਡਕਟਿਵ ਸਿਸਟਮ ਸਾਰਾ ਹੋ ਗਿਆ। ਅਤੇ ਵੀਡੀਓ ਨੂੰ ਤੁਸੀਂ ਲਾਈਕ ਕਰ ਦਿਓ ਅਤੇ ਚੈਨਲ ਨੂੰ ਵੀ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਿਓ। ਅਤੇ ਚੈਨਲ ਦਾ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਅਤੇ ਨੋਟਸ ਵੀ ਉੱਥੇ ਹੀ ਅਵੇਲੇਬਲ ਹੋਣਗੇ। ਕੱਲ੍ਹ ਨੂੰ ਆਪਾਂ ਫੀਮੇਲ ਰੀਪਰੋਡਕਟਿਵ ਸਿਸਟਮ ਸਟੱਡੀ ਕਰਾਂਗੇ, ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਐਂਡ ਤੁਹਾਨੂੰ ਵੀ ਵਧੀਆ ਲੱਗੇਗਾ। ਥੈਂਕ ਯੂ ਵੈਰੀ ਮੱਚ।